ਹੋਇਆ ਹੈ। ਉਧਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਜਟ ਤੇ ਵਿਰੋਧੀਆਂ ਨੇ ਨਿਸ਼ਾਨਾ ਸਾਧਿਆ। ਬਜਟ ਦੇ ਵਿੱਚ ਕੁਝ ਵੀ ਖਾਸ ਨਜ਼ਰ नहीं आया। विरोधी धिरां कह रही ने बजट ਦੇ ਵਿੱਚ ਮਹਿਲਾਵਾਂ ਦੇ ਲਈ ਕੁਝ ਨਹੀਂ ਹੈਗਾ। ਵਿਰੋਧੀ ਧਿਰਾਂ ਨੇ ਇਹ ਕਹਿ ਕੇ ਨਿਸ਼ਾਨਾ ਲਾਇਆ ਤੇ ਨਾਲ ਹੀ ਇਹ ਵੀ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਫੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀਗਾ, ਉਹ ਕਿਤੇ ਵੀ ਇਸ ਬਜਟ ਵਿੱਚ ਨਜ਼ਰ ਨਹੀਂ ਆਇਆ। ਮਹਿਲਾਵਾਂ ਲਈ ਕੁਝ ਖਾਸ ਨਹੀਂ ਹੈਗਾ ਇਸ ਬਜਟ ਦੇ ਵਿੱਚ। ਵਿਰੋਧੀ ਇਹ ਕਹਿ ਕੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਰਹੇ ਨੇ। ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਸੀ ਕਿ ਉਸ ਦੇ ਬਾਰੇ ਕੋਈ ਐਲਾਨ ਨਹੀਂ ਹੈਗਾ। ਚੋਣ ਵਾਅਦਿਆਂ ਨੂੰ ਭੁੱਲ ਗਈ ਹੈ ਸਰਕਾਰ, ਇਹ ਇਲਜ਼ਾਮ ਲੱਗ ਰਿਹਾ ਹੈ ਮਾਨ ਸਰਕਾਰ ਦੇ ਉੱਤੇ, ਪੰਜਾਬ ਦੀ ਸਰਕਾਰ ਦੇ ਉੱਤੇ। ਪਹਿਲਾ ਬਜਟ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੇਸ਼ ਕੀਤਾ ਔਰ ਉਸ ਨੂੰ ਲੈ ਕੇ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਲਗਾਤਾਰ ਨਿਸ਼ਾਨੇ ਲਾ ਰਹੀਆਂ ਨੇ। ਸਿੱਧੇ ਤੌਰ ਤੇ ਕਹਿ ਰਹੀਆਂ ਨੇ ਕਿ ਚੋਣ ਬਜਟ ਤੇ ਜਿਹੜਾ ਇਹ ਬਜਟ ਹੈਗਾ ਉਸ ਬਜਟ ਦੇ ਵਿੱਚ ਜਿਹੜਾ ਹੈਗਾ ਕੁਝ ਵੀ ਨਵਾਂ ਨਹੀਂ ਹੈਗਾ ਤੇ ਮਹਿਲਾਵਾਂ ਲਈ ਕੁਝ ਖਾਸ ਨਹੀਂ ਹੈਗਾ, ਕੁਝ ਵੀ ਖਾਸ ਇਸ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਵਿਰੋਧੀ ਧਿਰਾਂ ਦੇ ਆਗੂ ਜਿਹੜਾ ਹੈਗਾ ਲਗਾਤਾਰ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਰਹੇ। ਇਹ ਕੱਲ ਦਾ ਜਿਹੜਾ ਰਿਜ਼ਲਟ ਆਇਆ ਸੰਗਰੂਰ ਦਾ, ਇਹ ਉਹੋ ਜਿਹਾ ਤੈਸੀ ਹੈ ਇਹਨਾਂ ਵਾਸਤੇ। ਕੁਝ ਬਜਟ ਵਿੱਚ ਹੈ ਹੀ ਕੋਈ ਨਹੀਂ ਜੀ। ਵੇਖੋ ਜਿਹੜੀ ਇਹਨਾਂ ਦੇ ਬਜਟ ਦੇ ਵਿੱਚ ਜੇ ਚੰਗੀ ਤਰ੍ਹਾਂ ਤੁਸੀਂ ਚੈੱਕ ਕਰੋ, ਕੱਲਾ ਜਿਹੜੇ ਜੀਐਸਟੀ ਦਾ ਹੀ ਜਿਹੜਾ ਇਹਨਾਂ ਨੇ ਉਹ ਕੰਪਨਸੇਸ਼ਨ ਬੰਦ ਕਰ ਰਹੇ ਨੇ, 15000 ਕਰੋੜ ਰੁਪਈਆ ਉਹਦੇ ਨਾਲ ਬੰਦ ਹੋ ਰਿਹਾ। 15000 ਤੁਸੀਂ ਸਾਰੀ ਇਹਨਾਂ ਦੀ ਚੀਜ਼ ਚੈੱਕ ਕਰ ਲਓ। ਜੇ ਅਸੀਂ 100% ਮੰਨ ਵੀ ਲਈਏ ਕਿ ਇਹਨਾਂ ਦੀ ਐਕਸਾਈਜ਼ ਦੀ ਬੋਲੀਆਂ ਤੋਂ 2500 ਕਰੋੜ ਆ ਜਾਏਗਾ, ਰੇਤ ਦੀਆਂ ਬੋਲੀਆਂ ਤੋਂ 300 ਕਰੋੜ ਆ ਜਾਏਗਾ ਜਾਂ ਕੁਝ ਹੋਰ ਵੀ ਹੈ, ਤੇ ਇਹਨਾਂ ਕੋਲ ਤਾਂ ਪੈਸੇ ਪਿਛਲੇ ਹੀ ਪੂਰੇ ਨਹੀਂ ਹੋਣੇ ਜੀ। ਵਾਈਟ ਪੇਪਰ ਵੀ ਲੈ ਕੇ ਆਏ ਨੇ, ਉਹ ਕਹਿੰਦੇ ਨੇ ਤਾਂ ਪੁਰਾਣਾ ਹੀ ਲੇਖਾ ਜੋਖਾ ਔਖਾ ਹੈ। ਉਹ ਭਾਵੇਂ ਵਾਈਟ ਲਿਆਣ ਭਾਵੇਂ ਬਲੈਕ ਪੇਪਰ ਲਿਆਣ, ਇਹਨਾਂ ਕੱਢਣ ਪਾਣ ਨੂੰ ਤਾਂ ਹੈ ਹੀ ਕੁਝ ਨਹੀਂ। ਕੁਝ ਕੱਢਣ, ਵੇਖੋ ਜਿਹੜੀਆਂ ਇਹਨਾਂ ਦੀਆਂ ਮੇਨ ਸਿਕਿਉਰਿਟੀਜ਼, ਜਿਹੜੀਆਂ ਇਹਨਾਂ ਗਾਰੰਟੀਜ਼ ਦਿੱਤੀ, ਉਹ ਤਾਂ ਕਿਤੇ ਨਾ ਹੀ ਹੈ ਨਹੀਂ। ਕੁਝ ਗੱਲਾਂ ਹੈਲਥ ਇਸ਼ੂਜ਼ ਤੇ ਉਹਨਾਂ ਨੇ ਕੁਝ ਗੱਲਾਂ ਲਿਖੀਆਂ ਨੇ। ਸਿੱਖਿਆ ਦੇ ਖੇਤਰ ਦੇ ਵਿੱਚ ਕੁਝ ਗੱਲਾਂ ਉਹਨਾਂ ਨੇ ਲਿਖੀਆਂ ਨੇ ਜਿਹੜੀਆਂ ਮੈਨੂੰ ਚੰਗੀਆਂ ਲੱਗੀਆਂ, ਕਿਉਂਕਿ ਤੁਸੀਂ ਕਿਸੇ ਗੱਲ ਨੂੰ ਸਿਰੇ ਤੋਂ ਨਕਾਰ ਦਿਓ ਵੀ ਗੱਲ ਚੰਗੀ ਨਹੀਂ ਹੈ। ਚੰਗਾ ਲੱਗਿਆ ਉਹਦੇ 'ਚ। ਬਟ ਓਵਰਆਲ ਅਗਰ ਮੈਂ ਜੱਜਮੈਂਟ ਕਰਾਂ ਤਾਂ 90% ਇਹਦੇ ਵਿੱਚੋਂ ਤਮਾਮ ਉਹੀ ਗੱਲਾਂ ਪੁਰਾਣੀਆਂ, ਫੇਕ। ਪਹਿਲਾਂ ਕਹਿੰਦੇ ਸੀ ਪੇਪਰਲੈਸ, ਆ ਵੇਖ ਲਓ ਪੇਪਰਲੈਸ ਹੈ ਕਿ ਨਹੀਂ ਹੈ। ਸਾਨੂੰ ਕਿਹਾ ਗਿਆ ਸੀ ਕਿ ਬੜਾ ਰੌਲਾ ਪਿਆ ਕਿ 80 ਲੱਖ ਰੁਪਏ ਦਾ ਇਹਦੇ ਵਿੱਚ ਕਿ 8 ਕਰੋੜ ਰੁਪਏ ਦਾ ਕੋਈ ਇਹਦੇ 'ਚ ਬਚਤ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ। ਪਹਿਲਾਂ ਅਸੀਂ ਉਹ ਖੋਲ੍ਹਣ ਲੱਗੇ ਐਪ, ਤਾਂ ਉਹ ਐਪ ਨਹੀਂ ਖੁੱਲ੍ਹ ਰਹੀ ਸੀ। ਫਿਰ ਉਹਨਾਂ ਨੇ ਲਿਆ ਕੇ ਸਾਨੂੰ ਬੁੱਕਲੈਟਸ ਦੇ ਦਿੱਤੀਆਂ ਗਈਆਂ ਜਦੋਂ ਚੀਮਾ ਸਾਹਿਬ ਪੜ੍ਹ ਰਹੇ ਸਨ। ਮੈਨੂੰ ਲੱਗਦਾ ਹੈ ਕਿ ਮੈਨੂੰ ਤਾਂ ਕੋਈ ਬਹੁਤੀ ਜ਼ਿਆਦਾ ਇਸ ਬਜਟ ਦੇ ਵਿੱਚ ਉਮੀਦ ਲੋਕਾਂ ਦੇ ਪ੍ਰਤੀ ਦਿਖਾਈ ਨਹੀਂ ਦਿੰਦੀ। ਕਿਹੜੀ ਕਮੀ ਤੁਹਾਨੂੰ ਲੱਗਦਾ ਹੈ ਕਿ ਆ ਰਹੇਗੀ ਆਹ ਚੀਜ਼? ਚੰਗੀ ਗੱਲ ਵੀ ਦੱਸ ਦਿਓ। ਸਾਨੂੰ ਸੁਝਾਅ ਭੇਜੇ 20,384 ਲੋਕਾਂ ਨੇ। ਇਹ ਆਮ ਲੋਕਾਂ ਦਾ ਬਜਟ ਹੋਏਗਾ। ਇੱਕ ਗੱਲ ਦੱਸ ਦੇਣ ਫਾਈਨਾਂਸ ਮੰਤਰੀ, ਖਜ਼ਾਨਾ ਮੰਤਰੀ ਕਿ ਫਲਾਂ ਬੰਦੇ ਦਾ ਫਲਾਨਾ ਸੁਝਾਅ ਅਸੀਂ ਇਸ ਬੁੱਕਲੈਟ ਦੇ ਵਿੱਚ ਛਾਪਿਆ। ਕੇਵਲ ਦਿਖਾਵਾ ਕੀਤਾ ਗਿਆ। ਮੈਂ ਦਿੜਬੇ ਗਿਆ ਖੁਦ, ਇਸੇ ਕਰਕੇ ਉੱਥੋਂ 7000 ਵੋਟ ਮਾਈਨਸ ਹੋਏ ਆ। ਮੈਂ ਦਿੜਬੇ ਗਿਆ, ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਖਜ਼ਾਨਾ ਮੰਤਰੀ ਬਜਟ ਪੁੱਛ ਕੇ ਬਣਾਇਆ ਗਿਆ? ਉਹਨਾਂ ਨੇ ਕਿਹਾ ਉਹਨਾਂ ਨੇ ਤਾਂ ਪ੍ਰੈਸ ਕਾਨਫਰੰਸ ਕੀਤੀ ਸੀ, ਸਵਾਲ ਵੀ ਦੱਸੇ ਸੀ, ਉਹ ਟੈਲੀ ਕਰ ਲਿਆ ਬਾਅਦ ਤੁਸੀਂ? ਨਹੀਂ, ਉਹ ਕੀ ਪਤਾ ਹੋਵੇ ਕੀਤੀ ਹੋਣੀ ਹੈ, ਲੇਕਿਨ ਮੈਂ ਕਿ ਨੌਕਰੀ ਨਹੀਂ ਕੀਤਾ ਗਿਆ। ਸੋ ਮੈਂ ਸਮਝਦਾ ਕਿ ਇਹ ਸਮੁੱਚੇ ਪੰਜਾਬ ਦੀਆਂ ਸਾਡੀਆਂ ਭੈਣਾਂ ਦੇ ਨਾਲ, ਸਾਡੀਆਂ ਔਰਤਾਂ ਦੇ ਨਾਲ ਇਹ ਬਹੁਤ ਵੱਡਾ ਇੱਕ ਧੋਖਾ ਇਹ ਸਰਕਾਰ ਨੇ ਕੀਤਾ ਜਿਹੜਾ। ਸੋ ਉਹ ਬਿਲਕੁਲ ਹੀ ਉਹਦਾ ਜ਼ਿਕਰ ਨਹੀਂ ਕੀਤਾ ਗਿਆ। ਨੰਬਰ 2, ਹਮੇਸ਼ਾ ਗੱਲ ਕਰਦੇ ਸੀ ਹਲਕਾ ਇੰਚਾਰਜਾਂ ਦੀ। ਅੱਜ ਸਵਾਲ ਵੀ ਮੇਰਾ ਲੱਗਿਆ ਸੀਗਾ ਤੇ ਕਿਤੇ ਵੀ ਜਿਹੜੇ MLA ਨੇ, ਚੁਣੇ ਹੋਏ ਨੁਮਾਇੰਦੇ ਨੇ, ਉਹਨਾਂ ਨੂੰ ਕਿਉਂਕਿ ਦਿੱਲੀ ਦੇ ਵਿੱਚ ਡਿਸਕ੍ਰਿਸ਼ਨਰੀ ਫੰਡ ਦਿੱਤਾ ਜਾਂਦਾ MLA ਨੂੰ, ਹੋਰ ਸੂਬਿਆਂ ਦੇ ਵੀ ਦਿੱਤਾ ਜਾਂਦਾ। ਇਹ ਬਦਲਾਅ ਦੀ ਗੱਲ ਕਰਦੇ ਸੀ, ਲੇਕਿਨ ਇੱਥੇ ਕੋਈ ਵੀ ਡਿਸਕ੍ਰਿਸ਼ਨਰੀ ਫੰਡ ਆ ਜਿਹੜਾ MLA ਦੇ ਲਈ, ਜਿਹੜਾ MLA ਲੈਡ ਫੰਡ ਹੈਗਾ, ਉਹਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ। ਬੜੀ ਗੱਲ ਕੀਤੀ ਇਹਨਾਂ ਨੇ ਅੱਜ ਕਈ ਵਾਰ ਵਿਧਾਨ ਸਭਾ 'ਚ ਹੋਈ ਖੇਡਾਂ ਨੂੰ ਲੈ ਕੇ। ਪਿੰਡਾਂ ਦੇ ਵਿੱਚ ਖੇਡ ਪਾਰਕ ਬਣਾਉਣ ਦੇ ਲਈ, ਖੇਡ ਗਰਾਊਂਡ ਬਣਾਉਣ ਦੇ ਲਈ ਕੋਈ ਵੀ ਜਿਹੜੀ ਗ੍ਰਾਂਟ ਆ ਉਹਦਾ ਪ੍ਰੋਵੀਜ਼ਨ ਨਹੀਂ ਰੱਖਿਆ ਗਿਆ। ਇਹ ਬਜਟ ਨਹੀਂ, ਇਹ ਕੇਵਲ ਤੇ ਕੇਵਲ ਵਾਅਦਾ ਖਿਲਾਫੀ ਦੀਆਂ ਘੋਸ਼ਣਾਵਾਂ ਨੇ। ਨਾ ਅੱਜ ਸਰਕਾਰ
ਮਹਿਲਾਵਾਂ ਵਾਸਤੇ 1000 ਰੁਪਏ ਦੀ ਗੱਲ ਤੇ ਕੁਝ ਬੋਲੀ ਨਾ। ਐਸਸੀ ਭਾਈਚਾਰਾ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਉਹਨਾਂ ਦੀਆਂ ਸਕੀਮਾਂ ਸੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਸਤੇ, ਦਲਿਤ ਬੰਧੂ ਜਿਹੜੀਆਂ ਰੈਜ਼ੀਡੈਂਸ ਸਕੀਮ ਸਨ ਉਹਨਾਂ ਦੇ ਉੱਤੇ ਬਿਲਕੁਲ ਸਾਇਲੈਂਟ ਬਜਟ ਹੈ। ਮਹਿਲਾਵਾਂ ਵੇਟ ਕਰ ਰਹੀਆਂ, ਭਗਵੰਤ ਮਾਨ ਸਾਹਿਬ ਦੀ ਵੇਟ ਕਰ ਰਹੀਆਂ ਕਿ ਕਦੋਂ 1000 ਰੁਪਇਆ ਅਨਾਉਂਸ ਹੋਏਗਾ। ਬਜਟ ਦੀ ਇੰਤਜ਼ਾਰ ਸੀ, ਲੇਕਿਨ 100 ਦਿਨ ਬਾਅਦ ਵੀ ਭਗਵੰਤ ਮਾਨ ਜੀ ਕੋਲ ਕਹਿਣ ਵਾਸਤੇ ਕੋਈ ਸ਼ਬਦ ਨਹੀਂ ਹੈ। ਉਧਰ ਖਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆਇਆ। ਔਰਤਾਂ ਨੂੰ 1000 ਰੁਪਏ ਦੀ ਗਰੰਟੀ ਤੇ ਵੱਡਾ ਬਿਆਨ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਦਿੱਤਾ ਹੈ। ਯੋਜਨਾ ਨੂੰ ਲਾਗੂ ਕਰਨ 'ਚ ਸਮਾਂ ਲੱਗਦਾ ਹੈ। ਹਰਪਾਲ ਚੀਮਾ ਇਹ ਕਹਿ ਰਹੇ ਨੇ ਛੇਤੀ ਹੀ ਔਰਤਾਂ ਦੇ ਨਾਲ ਕਿਤੇ ਵਾਅਦੇ ਪੂਰੇ ਹੋਣਗੇ। ਪਹਿਲੀ ਬ੍ਰੇਕਿੰਗ ਨਿਊਜ਼ 6 ਵਜੇ ਤੁਹਾਨੂੰ ਦੱਸ ਰਹੇ ਹਾਂ। ਜਿਹੜੀ 1000 ਰੁਪਏ ਦੀ ਯੋਜਨਾ ਜਿਹੜੀ ਹੈਗੀ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਯੋਜਨਾ ਜਿਹੜੀ ਹੈਗੀ ਹੈ ਉਸ ਤੇ ਹਰਪਾਲ ਚੀਮਾ ਨੇ ਕਿਹਾ ਕਿ ਛੇਤੀ ਹੀ ਪੂਰੇ ਹੋਣਗੇ ਔਰਤਾਂ ਦੇ ਨਾਲ ਕੀਤੇ ਹੋਏ ਵਾਅਦੇ। 5 ਚੋਂ 4 ਗਰੰਟੀਆਂ ਪੂਰੀਆਂ ਕਰ ਚੁੱਕੇ ਹਾਂ। ਇਹ ਹਰਪਾਲ ਚੀਮਾ ਕਹਿ ਰਹੇ ਨੇ ਸਿੱਖਿਆ ਸਿਹਤ ਦੇ ਬਜਟ ਨੂੰ ਸਮਝ ਨਹੀਂ ਪਾਏ ਵਿਰੋਧੀ। ਚੀਮਾ ਨੇ ਕਿਹਾ, ਹਰਪਾਲ ਚੀਮਾ ਨੇ ਬਿਆਨ ਦਿੱਤਾ ਹੈ 6 ਵਜੇ ਦੀ ਪਹਿਲੀ ਬ੍ਰੇਕਿੰਗ ਨਿਊਜ਼। ਔਰਤਾਂ ਨੂੰ 1000 ਰੁਪਏ ਦੀ ਗਰੰਟੀ ਜਿਹੜੀ ਹੈਗੀ ਹੈ ਉਸ ਤੇ ਵੱਡਾ ਬਿਆਨ ਦਿੱਤਾ ਹੈ ਕਿ ਹਰੇਕ ਯੋਜਨਾ ਨੂੰ ਪੂਰਾ ਹੋਣ ਦੇ ਵਿੱਚ ਵਕਤ ਲੱਗਦਾ ਹੈ। ਦਰਅਸਲ ਇਸ ਯੋਜਨਾ ਦੇ ਉੱਤੇ ਜਿਹੜਾ ਹੈਗਾ ਲਗਾਤਾਰ ਵਿਰੋਧੀ ਧਿਰਾਂ ਦੀਆਂ ਨਜ਼ਰਾਂ ਸਨ ਤੇ ਸਭ ਤੋਂ ਪਹਿਲਾਂ ਬਜਟ ਪੇਸ਼ ਕਰਨ ਤੋਂ ਬਾਅਦ ਐਕਸਕਲੂਸਿਵਲੀ ਨਿਊਜ਼ 18 ਪੰਜਾਬ ਦੇ ਨਾਲ ਗੱਲ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਹਰੇਕ ਯੋਜਨਾ ਨੂੰ ਥੋੜਾ ਵਕਤ ਲੱਗਦਾ ਹੈ। ਵਿਰੋਧੀ ਜਿਹੜੇ ਸੀਗੇ ਜਿਹੜਾ ਸਿਹਤ ਤੇ ਸਿੱਖਿਆ ਦੇ ਬਾਰੇ ਅਸੀਂ ਬਜਟ ਪੇਸ਼ ਕੀਤਾ ਉਸ ਨੂੰ ਉਹ ਸਮਝ ਨਹੀਂ ਪਾਏ ਨੇ। ਨਿਊਜ਼ 18 ਪੰਜਾਬ ਤੇ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਨੇ ਖਾਸ ਗੱਲਬਾਤ ਕੀਤੀ ਹੈ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਨਾਲ। ਔਰ ਬਜਟ ਪੇਸ਼ ਹੋਣ ਤੋਂ ਬਾਅਦ ਪਹਿਲੀ ਐਕਸਕਲੂਸਿਵ ਗੱਲਬਾਤ ਹੈਗੀ ਹੈ ਹਰਪਾਲ ਚੀਮਾ ਦੀ ਨਿਊਜ਼ 18 ਪੰਜਾਬ ਦੇ ਨਾਲ। ਬੜਾ ਇੰਤਜ਼ਾਰ ਸੀ ਕਿ 300 ਯੂਨਿਟਾਂ ਫ੍ਰੀ ਆ ਰਹੀਆਂ ਨੇ, ਕੁਝ ਨਾ ਕੁਝ ਦੱਸਣਗੇ ਕਿ ਅਸੀਂ ਇੰਨਾ ਪੈਸਾ ਰੱਖ ਦਿੱਤਾ, ਪਰ ਉਸ ਦਾ ਜ਼ਿਕਰ ਨਹੀਂ ਕੀਤਾ, ਉਸ ਦਾ ਕੋਈ ਰੋਡ ਮੈਪ ਨਹੀਂ ਦੱਸਿਆ। ਦੇਖੋ ਵਿਰੋਧੀਆਂ ਨੇ ਚੰਗੀ ਤਰ੍ਹਾਂ ਅਜੇ ਮੈਂ ਫਿਰ ਦੁਹਰਾ ਰਿਹਾ ਕਿ ਉਹਨਾਂ ਨੇ ਬਜਟ ਪੜ੍ਹਿਆ ਹੀ ਨਹੀਂ। ਵਿਰੋਧੀਆਂ ਨੇ ਬਜਟ ਨਹੀਂ ਪੜ੍ਹਿਆ, ਉਹ ਤੁਹਾਨੂੰ ਬਾਈਟ ਦੇਣ ਦੇ ਕਾਲੇ ਹੋ ਗਏ, ਉਹ ਬਿਆਨ ਜਾਰੀ ਕਰਨ ਲਈ ਕਾਲੇ ਹੋ ਗਏ, ਬਜਟ ਨਹੀਂ ਪੜ੍ਹਿਆ। 1800 ਕਰੋੜ ਰੁਪਏ ਦਾ ਸੀ ਉਹ ਬੰਦ ਇਸੇ ਵਿੱਚ ਕੀਤਾਗਾ ਜਿਹਦਾ 300 ਯੂਨਿਟ ਫ੍ਰੀ ਆਫ ਕਾਸਟ ਲੋਕਾਂ ਨੂੰ ਮਿਲਣਗੇ ਔਰ ਹਰੇਕ ਘਰ ਨੂੰ ਮਿਲਣਗੇ। 1000 ਰੁਪਏ ਨੂੰ ਲੈ ਕੇ ਵੀ ਲੋਕ ਜਾਣਨਾ ਚਾਹੁੰਦੇ ਆ ਕਿ ਜਿਹੜਾ ਤੁਹਾਡੀ ਇੱਕ ਗਰੰਟੀ ਜਾਂ ਵਾਅਦਾ ਸੀਗਾ ਉਹ ਵੀ ਬਜਟ ਦੇ ਵਿੱਚ ਉਸ ਦਾ ਜ਼ਿਕਰ ਨਹੀਂ ਆਇਆ ਮਹਿਲਾਵਾਂ ਵਾਸਤੇ 1000 ਰੁਪਏ ਵਾਲਾ। ਦੇਖੋ ਅਸੀਂ 5 ਗਰੰਟੀਆਂ ਜੀ ਅਸੀਂ ਡਿਊਰਿੰਗ ਦੀ ਇਲੈਕਸ਼ਨ ਦੇ ਦੌਰਾਨ 5 ਗਰੰਟੀਆਂ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਨੇ ਕੀਤੀਆਂ ਸੀ। 5 ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸੀਗੀਆਂ। ਕੀ ਸੀਗਾ? ਐਜੂਕੇਸ਼ਨ, ਸਿੱਖਿਆ, ਸਿਹਤ ਉਹ ਅਸੀਂ ਪੂਰੀ ਕੀਤੀ ਹੈ। ਸੌਰੀ ਸਿੱਖਿਆ, ਦੂਜੀ ਸੀਗੀ ਸਿਹਤ, ਸਿਹਤ ਦੀ ਉਹ ਅਸੀਂ ਪੂਰੀ ਕੀਤੀ ਹੈ। ਤੀਜੀ ਸੀ 300 ਯੂਨਿਟ ਮੁਫਤ ਇਲੈਕਟ੍ਰਿਸਿਟੀ ਹਰੇਕ ਘਰ ਨੂੰ ਸਪਲਾਈ ਕਰਦੀ। ਚੌਥੀ ਸੀਗੀ ਸਾਡੇ ਜਵਾਨ ਜਿਹੜੇ ਦੁਸ਼ਮਣਾਂ ਦੇ ਖਿਲਾਫ ਉਹਨਾਂ ਦੇ ਪਰਿਵਾਰਾਂ ਜੰਗ ਲੜਦੇ ਆਪਣੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇਗੇ ਜੀ, ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੇਣਾ। ਇਹ 4 ਵੱਡੀਆਂ ਗਰੰਟੀਆਂ ਅਸੀਂ ਅੱਜ ਦੇ ਵਿੱਚ ਪੂਰੀਆਂ ਕਰਤੀਆਂ। ਸਿਰਫ ਇੱਕ ਗਰੰਟੀ ਰਹਿੰਦੀ ਹੈਗੀ ਔਰ ਲੋਕਾਂ ਦੇ ਨਾਲ ਵਾਅਦਾਗਾ ਉਹ ਗਰੰਟੀ ਵੀ ਪੂਰੀ ਕਰਾਂਗੇ। ਅਸੀਂ ਜਿੰਨੀਆਂ ਗਰੰਟੀਆਂ ਦਿੱਤੀਆਂ ਨੇਗੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਬੜਾ ਨਾਪ ਤੋਲ ਕੇ ਬੜਾ ਪੂਰਾ ਕੈਲਕੂਲੇਟ ਕਰਕੇ ਕਿ ਕਿੰਨੇ ਪੈਸੇ ਕਿੱਥੇ ਲੱਗਣਗੇ ਔਰ ਪੈਸਾ ਕਿੱਥੋਂ ਆਊਗਾ ਜੀ, ਪੈਸਾ ਕਿੱਥੋਂ ਆਊਗਾ, ਕਿੱਥੇ ਲਾਵਾਂਗੇ, ਡਿਵੈਲਪਮੈਂਟ ਸਟੇਟ ਦੀ ਕਿਵੇਂ ਹੋਣੀ ਹੈ, ਤਾਂ ਐਲਾਨ ਕਰਦੇ ਨੇ, ਐਲਾਨ ਨਹੀਂ ਕਰਦੇ। ਸੋ ਬਿਲਕੁਲ ਉਹਨਾਂ ਨੇ ਐਲਾਨ ਕੀਤਾਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਗਰੰਟੀ ਰਹਿ ਰਹੀ ਹੈ ਇਹ ਵੀ ਲਾਗੂ ਹੋ। ਸੋ ਹਰਪਾਲ ਚੀਮਾ ਇਹ ਦਾਵਾ ਕਰ ਰਹੇ ਨੇ ਕਿ ਇੱਕ ਗਰੰਟੀ ਬਚੀ ਹੈ ਤੇ ਉਹ ਵੀ ਛੇਤੀ ਤੋਂ ਛੇਤੀ ਜਿਹੜਾ ਹੈਗਾ ਪੂਰੀ ਕਰਾਂਗੇ। 4 ਗਰੰਟੀਆਂ ਸੀ ਜਿਹੜੀ ਦਿੱਤੀਆਂ ਸਨ ਉਹ ਪੂਰੀ ਕਰ ਚੁੱਕੇ ਹਾਂ। ਨਿਊਜ਼ 18 ਪੰਜਾਬ ਤੇ ਐਕਸਕਲੂਸਿਵ ਗੱਲਬਾਤ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਦੇ ਨਾਲ ਵਿੱਤ ਮੰਤਰੀ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੀ ਐਕਸਕਲੂਸਿਵ ਗੱਲਬਾਤ। ਇਸ ਬੁਲੇਟਿਨ ਤੋਂ ਬਾਅਦ ਤੁਸੀਂ ਪੂਰੀ ਗੱਲਬਾਤ ਵੀ ਸੁਣ ਸਕੋਗੇ ਨਿਊਜ਼ 18 ਪੰਜਾਬ ਦੇ ਉੱਤੇ। ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦਾ ਪਹਿਲਾ ਬਜਟ ਸੀਗਾ ਆਮ ਆਦਮੀ ਪਾਰਟੀ ਸਰਕਾਰ ਦਾ ਔਰ ਬਜਟ ਪੇਸ਼ ਹੋਣ ਤੋਂ ਬਾਅਦ ਇਹ ਪਹਿਲਾ ਇੰਟਰਵਿਊ ਹੈਗਾ, ਪਹਿਲੀ ਐਕਸਕਲੂਸਿਵ ਗੱਲਬਾਤ ਹੈਗੀ ਹੈ ਜਿਹੜੀ ਨਿਊਜ਼ 18 ਪੰਜਾਬ ਦੇ ਨਾਲ ਕੀਤੀ ਹੈ ਸੂਬੇ ਦੇ ਖਜ਼ਾਨਾ ਮੰਤਰੀ ਨੇ। ਇਸ ਬੁਲੇਟਿਨ ਤੋਂ ਬਾਅਦ
ਇਹ ਗੱਲਬਾਤ ਪੂਰੀ ਗੱਲਬਾਤ ਮੁਕੰਮਲ ਗੱਲਬਾਤ ਤੁਸੀਂ ਸੁਣ ਸਕੋਗੇ ਨਿਊਜ਼ 18 ਪੰਜਾਬ ਤੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਵੀ ਸਿਲਸਿਲਾ ਜਾਰੀ।